ਸਾਡੀ ਹਕੂਮਤ ਨਹੀਂ ਠੀਕ, ਸਾਡਾ ਆ ਨਹੀਂ ਠੀਕ। ਇਹ ਹਕੂਮਤ ਤੁਹਾਨੂੰ ਪੈਸਾ ਦਿੰਦੀ ਆ। ਆਹ ਮੈਂ ਤੁਹਾਨੂੰ ਦਿਖਾਉਣ ਲੱਗਾ ਆ, ਇਹ ਸੜਕ ਬਣੀ ਆ, ਠੀਕ ਆ। ਉਹ ਪਰਲੀ ਸਾਈਡ ਤੇ ਖਾਲਾ ਬਣਿਆ, ਆ ਜਿਹੜਾ ਜਾ ਕੇ ਕਾਰਪੇਟ ਰੋਡ ਬਣਦਾ ਤੇ ਮੇਨ ਕਾਰਪੇਟ ਰੋਡ ਆ, ਮਾੜਾ ਮੋਟਾ ਨਹੀਂਗਾ ਕਿ ਐਵੇਂ ਲੋਕਲ ਲੰਘ ਰਿਹਾ। ਫੈਸਲਾਬਾਦ ਤੋਂ ਜਿਹੜਾ ਰੋਡ ਆ ਡਬਲ ਰੋਡ ਆ, ਠੀਕ ਹੈ। ਇਹ ਜਦੋਂ ਕਾਰਪੇਟ ਬਣ ਗਿਆ, ਦੋਵੇਂ ਸਾਡਾ ਮੁਕੰਮਲ ਹੋ ਗਈਆਂ। ਇਹ ਦਿਲ ਕਰੇ ਪੁੱਟ ਲੈਣ, ਪੁੱਟਣ ਤੋਂ ਬਾਅਦ ਮੁੜ ਕੇ ਇਹ ਛੇਤੀ ਬਣੇ ਹੀ ਨਾ, ਤੇ ਮੁਸੀਬਤ ਕਿਹਨੂੰ ਬਣਨੀ ਆ? ਸਾਡੇ ਵਰਗੀ ਆਵਾਮ ਨੂੰ, ਜਿਨ੍ਹਾਂ ਨੇ ਇੱਥੋਂ ਦੀ ਲੰਘਣਾ, ਜਿਨ੍ਹਾਂ ਨੇ ਇੱਥੋਂ ਦੀ ਆਉਣਾ ਜਾਣਾ। ਇੱਥੇ ਕਿਸੇ ਨੇ ਖਲੋ ਕੇ ਗੱਲ ਨਹੀਂ ਕਰਨੀ। ਮੈਂ ਗੱਲ ਕਰ ਦਿੱਤੀ ਆ, ਮੇਰੇ ਕੋਲ ਨਹੀਂ ਬਰਦਾਸ਼ਤ ਹੋਇਆ। ਅਗਰ ਲੱਖ ਰੁਪਈਆ ਗ੍ਰਾਂਟ ਆਈ ਨਾ, ਉਹਦੇ ਵਿੱਚੋਂ 20,000 ਚੱਲ ਗਿਆ ਜੀ MPA, 20,000 ਚੱਲ ਗਿਆ MLA ਦਾ, ਅੱਗੋਂ 20,000 ਚੱਲ ਗਿਆ ਪਾਸ ਕਰਨ ਵਾਲਿਆਂ ਦਾ, 20,000 ਠੇਕੇਦਾਰ ਦਾ, ਤੇ ਜਿਹੜਾ 20,000 ਆ ਉਹ ਉੱਤੇ ਲੱਗਣਾ। अस्सलाम वालेकुम, की हाल है वीरो? ठीक हो? उम्मीद करते हैं सारे ठीक होंगे। ਤੁਹਾਡੇ ਸਾਰਿਆਂ ਦਾ ਵੈਲਕਮ ਹੈ ਤੁਹਾਡੇ ਆਪਣੇ ਲਿਆਕਤ ਫਰੈਂਡ ਬਲੌਗ ਦੇ ਵਿੱਚ। ਬਾਬਾ ਦਿਨਾਂ ਬਾਅਦ ਤੁਹਾਡਾ ਵੀਰ ਦੁਬਾਰਾ ਹਾਜ਼ਰ ਹੋਇਆ, ਕਿਉਂਕਿ ਕੰਮ ਰੂਟੀਨ ਇਦਾਂ ਦੀ ਡਿਸਟਰਬ ਹੋਈ ਸੀ ਕਿ ਕਿਸੇ ਪਾਸੇ ਨਾ ਕੋਈ ਵਲੌਗ ਬਣਦਾ ਸੀ, ਨਾ ਕੋਈ ਗੱਲ ਨਾ ਬਾਤ। ਕੋਈ ਮਾੜੇ ਮੋਟੇ ਜਿਹੜੇ ਵਿੱਚ ਵਲੌਗ ਅਪਲੋਡ ਕੀਤੇ ਨੇ, ਇਹ ਵੀ ਇਦਾਂ ਹੀ ਤੁਰੇ ਜਾਂਦੇ। ਵੀਡੀਓ ਬਣਾ ਲਈ ਤੇ ਅਪਲੋਡ ਕਰਤੀ, ਉੱਥੇ ਖਲੋ ਕੇ ਬਣਾ ਲਈ ਤੇ ਅਪਲੋਡ ਕਰਤੀ। ਜਿਹੜੀ ਡੇਲੀ ਰੂਟੀਨ ਸੀ ਸਾਡੀ ਉਹ ਹੋ ਗਈ ਥੋੜੀ ਜਿਹੀ ਡਿਸਟਰਬ। ਕੁਝ ਬੰਦਿਆਂ ਦੀਆਂ ਨਜ਼ਰਾਂ ਲੱਗ ਜਾਂਦੀਆਂ ਨੇ ਬੰਦਿਆਂ ਨੂੰ, ਤੇ ਲੇਕਿਨ ਨਜ਼ਰ ਕਹਿੰਦੇ ਆ ਬਹੁਤ ਬੁਰੀ ਚੀਜ਼ ਆ। ਤੇ ਇਨਸਾਨ ਨੂੰ ਅਗਰ ਨਜ਼ਰ ਲੱਗ ਜੇ ਨਾ, ਨਜ਼ਰ ਖਾ ਜਾਂਦੀ ਹੈ। ਨਜ਼ਰ ਤੇ ਪੱਥਰ ਪਹਾੜਾਂ ਨੂੰ ਤੋੜ ਦਿੰਦੀ ਹੈ। ਉਹ ਕੀ ਕਹਿੰਦੇ ਨੇ ਕਿ ਨਜ਼ਰ ਪਾੜ ਦਿੰਦੀ ਪੱਥਰ ਪਹਾੜ ਨੂੰ, ਸ਼ਰੀਕਾਂ ਨੂੰ ਦਸੀਏ ਟਕਾ ਭਾਵੇਂ ਕਮਾਈਏ ਲੱਖਾਂ। ਉਹ ਇਦਾਂ ਦਾ ਕੋਈ ਸ਼ੇਰ ਸੀਗਾ ਜਿਹੜਾ ਮੇਰੇ ਜੇਨ 'ਚ ਨਿਕਲ ਗਿਆ। ਉਹਨੇ ਕਿਹਾ ਜਿਹੜਾ ਸਾਡੇ ਨਾਲ ਦਿਲੋਂ ਚੱਲੇ ਉਹ ਸਿਰ ਮੱਥੇ ਤੇ, ਜਿਹੜਾ ਕਦੂਰਤ ਰੱਖੇ ਉਹਨੂੰ ਸੱਤ ਸਲਾਮ। ਤੇ ਸੱਤ ਸਲਾਮ ਕਰਨ ਦੀ ਵਜ੍ਹਾ ਵੀ ਹੁੰਦੀ ਹੈ, ਜਿੱਥੇ ਕੋਈ ਰਹਿੰਦਾ ਅੱਲਾਹ ਪਾਕ ਖੁਸ਼ ਰੱਖੇ ਉਹਨੂੰ। ਜਿਹੜਾ ਕੋਈ ਸਾਡੇ ਨਾਲ ਦਿਲੋਂ ਮੁਖਲਸ ਆ ਠੀਕ ਆ, ਜਿਹੜਾ ਨਹੀਂ ਉਹ ਨਾ ਸੀ। ਅੱਲਾ ਦੇ ਸਪੁਰਦ, ਰੱਬ ਜਾਣਦਾ ਜਾਂ ਅਸੀਂ ਜਾਣਦੇ ਹਾਂ ਅਸੀਂ ਸਹੀ ਆ ਜਾਂ ਗਲਤ ਆ। ਇਹ ਤੁਸੀਂ ਖੁਦ ਆਈਡੀਆ ਨਾ ਲਾਇਆ ਕਰੋ। ਤੇ ਗੱਲਾਂ ਇੱਧਰ ਦੀਆਂ ਸੁਣ ਕੇ ਜਦੋਂ ਇੱਧਰ ਜਾਂਦੀਆਂ ਨੇ ਉਦੋਂ ਬੇੜੇ ਕਰਕੇ ਜਾਂਦੇ ਨੇ। ਇੱਕ ਇੱਧਰੋਂ ਗੱਲ ਸੁਣੀ, ਇੱਧਰਲੇ ਬੰਦੇ ਨੇ ਦੋ ਨਾਲ ਲਾ ਕੇ ਦੱਸਣੀ ਆ, ਉਹਨੇ ਜਦੋਂ ਗਾਂਹ ਦੱਸਣੀ ਆ ਉਹਨੇ ਅਗਲੋਂ ਦੋ ਹੋਰ। ਇਹ ਕਰਦਿਆਂ ਕਰਦਿਆਂ ਇੱਕ ਗੱਲ ਸੀ ਉਹ 100 ਗੱਲ ਬਣ ਜਾਂਦੀ ਹੈ। ਤੇ ਉਹ 100 ਗੱਲ ਪਿੱਛੇ ਉਹਦੇ ਕੁਛ ਵੀ ਨਹੀਂ ਹੁੰਦਾ, ਅੱਗੇ ਉਹ ਤਿੱਤਰ ਬਤੀਰ ਹੋਇਆ ਹੁੰਦਾ। ਠੀਕ ਹੈ, ਸਮਝਦੇ ਹੋ ਤੁਸੀਂ? ਤੇ ਚੱਲਦੇ ਹਾਂ ਜਨਾਬ, ਅੱਜ ਆਪਣੀ ਰੂਟੀਨ ਕਰਦੇ ਹਾਂ ਸ਼ੁਰੂ। ਚੱਲਦੇ ਹਾਂ ਆਫਿਸ ਚੱਲ ਕੇ ਮਿਲਦੇ ਹਾਂ ਯਾਰਾਂ ਦੋਸਤਾਂ ਨੂੰ। ਸਟੋਰੀਆਂ ਬਣਾਉਣੀਆਂ ਸੀਗੀਆਂ, ਇਨਸ਼ਾਅੱਲਾ ਤਾਲਾ ਸਟੋਰੀਆਂ ਨੂੰ ਕ੍ਰੀਏਟ ਕਰਾਂਗੇ। ਹਫ਼ਤੇ 'ਚ ਇੱਕ ਵੀਡੀਓ, 2-3 ਵੀਡੀਓ ਬਣ ਜਾ ਕਰਨੀਆਂ। 1-2 ਦਿਨਾਂ ਦੇ ਵਿੱਚ ਇੱਕ ਸਟੋਰੀ ਤਿਆਰ ਹੋ ਜਾ ਕਰਨੀ ਹੈ। 2 ਹਫ਼ਤੇ 'ਚ 2-3 ਦਿਨ ਬਾਅਦ ਵੀਡੀਓ ਲਾ ਦਿਆ ਕਰਾਂਗੇ ਸਟੋਰੀ ਦੀ। ਤੇ ਕੋਸ਼ਿਸ਼ ਕਰਾਂਗੇ ਸਟੋਰੀ ਅੱਛੀ ਲਾਇਆ ਕਰੀਏ, ਬਣਾਉਣ ਦੀ ਵੀ ਕੋਸ਼ਿਸ਼ ਕਰਦੇ ਹਾਂ। ਜਾ ਕੇ ਕਰਦੇ ਹਾਂ ਹਿਸਾਬ ਕਿਤਾਬ, ਕਿੱਦਾਂ ਕਰਨਾ, ਕੀ ਕਰਨਾ, ਕਿੰਨੇ ਆਉਣਾ। ਸਟੋਰੀ ਦੇ ਹਿਸਾਬ ਨਾਲ ਬੰਦੇ ਲਾਂਗੇ, ਆਪਣੇ ਯਾਰ ਦੋਸਤ ਇਕੱਠੇ ਕਰਾਂਗੇ, ਬਣਾਵਾਂਗੇ ਸਟੋਰੀਆਂ, ਤੁਹਾਨੂੰ ਕਰਾਂਗੇ ਤੁਹਾਡੇ ਨਾਲ ਸ਼ੇਅਰ। ਓਕੇ ਜੀ, ਮਿਲਦੇ ਤੁਹਾਨੂੰ ਅਸੀਂ ਆਪਣੇ ਆਫਿਸ ਪਹੁੰਚ ਕੇ। ਠੀਕ ਹੈ, ਬਾਕੀ ਗੱਲਾਂ ਉੱਥੇ ਜਾ ਕਰਾਂਗੇ ਆਪਣੇ ਯਾਰਾਂ ਦੋਸਤਾਂ ਦੇ ਨਾਲ। ਇਕੱਲਾ ਮੈਂ ਕਿੰਨੀਆਂ ਗੱਲਾਂ ਕਰ ਲਵਾਂ? ਹਾਂ, ਓਕੇ, ਮਿਲਦੇ ਹਾਂ ਤੁਹਾਨੂੰ ਆਫਿਸ ਪਹੁੰਚ ਕੇ। ਅੱਛਾ ਜਨਾਬ, ਮੈਂ ਜਾ ਰਿਹਾ ਸੀ ਫੈਸਲਾਬਾਦ। ਮੈਂ ਤੁਹਾਨੂੰ ਦਿਖਾਉਣਾ ਕਿ ਸਭ ਤੋਂ ਵੱਡਾ ਜਿਹੜਾ ਕਰਪਸ਼ਨ ਪਾਕਿਸਤਾਨ ਚੱਲਦੀ ਹੈ। ਫਿਰ ਕਹਿਣਾ ਸਾਡੀ ਹਕੂਮਤ ਨਹੀਂ ਠੀਕ, ਸਾਡਾ ਆ ਨਹੀਂ ਠੀਕ। ਇਹ ਹਕੂਮਤ ਤੁਹਾਨੂੰ ਪੈਸਾ ਦਿੰਦੀ ਆ। ਆਹ ਮੈਂ ਤੁਹਾਨੂੰ ਦਿਖਾਉਣ ਲੱਗਾ ਆ, ਇਹ ਸੜਕ ਬਣੀ ਆ, ਠੀਕ ਆ। ਉਹ ਪਰਲੀ ਸਾਈਡ ਤੇ ਖਾਲਾ ਬਣਿਆ, ਆ ਜਿਹੜਾ ਆ ਜਿੱਥੇ ਬਾਈਕ ਖੜੀ ਆ। ਅੱਛਾ, ਉਸ ਤੋਂ ਬਾਅਦ ਵਿੱਚ ਇਹ ਵੀ ਸੜਕ ਬਣੀ ਸੀ, ਦੇਖੋ ਇਹ ਬਿਲਕੁਲ ਸਹੀ ਸੜਕ ਸੀ। ਉਹ ਖਾਲਾ ਬਣਿਆ। ਖਾਲਾ ਬਣਨ ਦਾ ਮਤਲਬ ਆ ਕਿ ਅਗਰ ਜਦੋਂ ਤੁਸੀਂ ਪੱਕੀ ਸੜਕ ਬਣਾਉਂਦੇ ਆ ਨਾ, ਕਾਰਪੇਟ ਰੋਡ ਬਣਾਉਂਦੇ ਆ, ਤੁਹਾਡੇ ਕੋਲ ਸੀਵਰੇਜ ਵਾਲਿਆਂ ਦੀ ਅਪਰੂਵਲ ਹੁੰਦੀ ਆ, ਪਾਣੀ ਵਾਲਿਆਂ ਦੀ, PTCL ਜਿਹੜੇ ਥੱਲੇ ਦੀ ਪਾਈਪਲਾਈਨ, ਗੈਸ ਵਾਲੇ, ਸਾਰਿਆਂ ਆਪੋ ਆਪਣਾ ਥੱਲੇ ਦੀ ਪਹਿਲੇ ਮਾਰਨਾ ਹੁੰਦਾ, ਵੇਖਣਾ ਹੁੰਦਾ, ਅਪਰੂਵਲ ਦੇਣੀ ਹੁੰਦੀ ਆ, ਫਿਰ ਜਾ ਕੇ ਕਾਰਪੇਟ ਰੋਡ ਬਣਦਾ। ਤੇ ਮੇਨ ਕਾਰਪੇਟ ਰੋਡ ਆ, ਮਾੜਾ ਮੋਟਾ ਨਹੀਂਗਾ ਕਿ ਐਵੇਂ ਲੋਕਲ ਲੰਘ ਰਿਹਾ। ਫੈਸਲਾਬਾਦ ਤੋਂ ਜਿਹੜਾ ਰੋਡ ਆ ਡਬਲ ਰੋਡ ਆ, ਠੀਕ ਹੈ। ਇਹ ਜਦੋਂ ਕਾਰਪੇਟ ਬਣ ਗਿਆ, ਦੋਵੇਂ ਸਾਡਾ ਮੁਕੰਮਲ ਹੋ ਗਈਆਂ। ਆਲੇ ਦੁਆਲੇ ਉਧਰਲੀ ਸਾਈਡ ਤੇ ਵੀ ਖਾਲਾ ਬਣ ਗਿਆ, ਉਸ ਤੋਂ ਬਾਅਦ ਇਧਰਲੀ ਸਾਈਡ ਤੇ ਵੀ ਖਾਲਾ ਬਣ ਗਿਆ। ਇਹ ਖਾਲਾ ਹੁਣ ਬਣਿਆ, ਵੇਖੋ ਕਿ ਇਹਦੇ ਵਿੱਚੋਂ ਪਾਣੀ ਨਹੀਂ ਲੰਘਦਾ। ਇਦਾਂ ਦਾ ਠੇਕੇਦਾਰ ਨੇ ਕੰਮ ਕੀਤਾ। ਇੱਧਰ ਜੀ ਆ ਹੁਣ ਲੋਕ ਲੱਗੇ ਆ ਪਾਉਣ ਪੱਕੀ ਸੜਕ, ਕਾਰਪੇਟ ਰੋਡ ਪੁੱਟ ਕੇ ਆ ਦੁਬਾਰਾ ਸਾਰਾ ਪੱਟਣ ਡਏ ਨੇ। ਪੱਟ ਕੇ ਆ ਮੇਨ ਲਾਈਨ ਪਾ ਰਹੇ ਜੀ ਪਾਣੀ ਵਾਲੇ, ਠੀਕ ਆ। ਬੰਦਾ ਇਹਨਾਂ ਨੂੰ ਪੁੱਛੇ, ਗੌਰਮੈਂਟ ਤੁਹਾਨੂੰ ਦੇ ਰਹੀ ਹੈ ਪੈਸਾ ਕੰਮ ਕਰਨ ਵਾਸਤੇ, ਫਲਾਈ ਕੰਮ ਕਰਨ ਵਾਸਤੇ, ਗਾਲਾਂ ਕੱਢੀ ਜਾਣੀਆਂ ਅਸੀਂ ਹਕੂਮਤ ਨੂੰ। ਜਿਹੜੇ ਉੱਤੇ ਬੈਠੇ ਨੇ ਜੀ ਉਹ ਨਹੀਂ ਇੱਦਾਂ ਕਰਦੇ। ਵੀ ਜਿਹੜੇ ਥੱਲੇ ਕੰਮ ਕਰਦੇ ਨੇ, MPA ਹੋ ਗਏ, MLA ਹੋ ਗਏ, ਇਹਨਾਂ ਦੇ ਕਮਿਸ਼ਨ ਖਤਮ ਹੋ ਜਾਣ, ਇਹ ਸਾਰਾ ਕੁਝ ਸੈੱਟ ਹੋ ਜੇ।
ਹੁਣ ਇਹ ਕਾਰਪੇਟ ਰੋਡ ਜਦੋਂ ਬਣਦਾ ਤਕਰੀਬਨ ਮੇਰੇ ਆਈਡੀਆ ਦੇ ਮੁਤਾਬਕ ਨੌਲੇਜ ਦੇ ਮੁਤਾਬਕ 10 ਸਾਲ ਬਾਅਦ ਇਹਦੀ ਗ੍ਰਾਂਟ ਆਉਂਦੀ ਹੈ ਰਿਪੇਅਰਿੰਗ ਦੀ। ਇਹਨੂੰ ਕਾਰਪੇਟ ਰੋਡ ਨੂੰ ਕੁਝ ਨਹੀਂ ਹੁੰਦਾ ਅਗਰ ਬੰਦੇ ਦੇ ਪੁੱਤਰਾਂ ਅਗਰ ਇੱਥੇ ਮਟੀਰੀਅਲ ਜਿੰਨਾ ਗ੍ਰਾਂਟ ਆਈ ਹੈ ਪੂਰੀ ਗ੍ਰਾਂਟ ਲਾਈ ਜਾਵੇ ਤੇ ਇਹਨੂੰ ਕੁਝ ਨਹੀਂ ਹੁੰਦਾ। ਠੀਕ ਹੈ, ਇਹ ਢੁੱਡੀਆਂ ਨੇ ਤੋਂ ਅੱਗੇ ਜੜਾਂ ਰੋਡ ਢੁੱਡੀਆਂ ਨਾਲ ਕ੍ਰਾਸ ਕਰਕੇ ਇਹ ਦੋ ਇਹਨਾਂ ਨੇ ਯੂ ਟਰਨ ਪੁੱਟ ਲਏ ਨੇ। ਇਹ ਦੇਖੋ ਨਾ ਪਾਣੀ ਖਲੋਤਾ ਤੇ ਕੁੱਤਾ ਪਿਸ਼ਾਬ ਕਰ ਜਾਂਦਾ ਤੇ ਪਾਣੀ ਨਾਲ ਭਰ ਜਾਂਦਾ ਤੇ ਪਾਣੀ ਲੰਘਦਾ। ਉਹ ਪਰਲੇ ਪਾਸੇ ਜਿਹੜਾ ਇਹਨਾਂ ਨੇ ਖਾਲਾ ਬਣਾਇਆ, ਖਾਲਾ ਵੀ ਉਦਾਂ ਦਾ ਉਦਾਂ ਹੀ ਆ। ਇਹਨਾਂ ਨੂੰ ਬੰਦਾ ਪੁੱਛਣਾ ਹੋਵੇ ਜਿਸ ਠੇਕੇਦਾਰ ਨੇ ਕੰਮ ਕਰਵਾਇਆ ਸਾਰਾ ਖਰਚਾ ਉਹਨੂੰ ਪਾਉਣਾ ਚਾਹੀਦਾ। ਇਹ ਦਿਲ ਕਰੇ ਪੁੱਟ ਲੈਣ, ਪੁੱਟਣ ਤੋਂ ਬਾਅਦ ਮੁੜ ਕੇ ਇਹ ਛੇਤੀ ਬਣੇ ਨਾ ਤੇ ਮੁਸੀਬਤ ਕਿਹਨੂੰ ਬਣਨੀ ਆ? ਸਾਡੇ ਵਰਗੀ ਆਵਾਮ ਨੂੰ, ਜਿਨ੍ਹਾਂ ਨੇ ਇੱਥੋਂ ਦੀ ਲੰਘਣਾ, ਜਿਨ੍ਹਾਂ ਨੇ ਇੱਥੋਂ ਦੀ ਆਉਣਾ ਜਾਣਾ। ਇੱਥੇ ਕਿਸੇ ਨੇ ਖਲੋ ਕੇ ਗੱਲ ਨਹੀਂ ਕਰਨੀ। ਮੈਂ ਗੱਲ ਕਰ ਦਿੱਤੀ ਆ, ਮੇਰੇ ਕੋਲ ਨਹੀਂ ਬਰਦਾਸ਼ਤ ਹੋਇਆ ਕਿ ਕਰਪਸ਼ਨ ਕਰਨ ਦੇ ਕਿੰਨੇ ਬਹਾਨੇ ਨੇ। ਕਾਰਪੇਟ ਰੋਡ ਬਣਾ ਕੇ ਮੁੜ ਕੇ ਪੁੱਟਤਾ ਜੀ ਪਾਣੀ ਪਾਉਣ ਵਾਲੇ ਪੈਪ ਪਾਉਣ ਲੱਗ ਪਏ ਵੀ ਜਿਹੜੇ ਸਾਈਡਾਂ ਦੇ ਖਾਲੇ ਬਣਾਏ ਆ ਉਹ ਨਹੀਂ ਤੁਹਾਨੂੰ ਨਜ਼ਰ ਆਇਆ ਕਿ ਤੁਸੀਂ ਕਿਸ ਤਰੀਕੇ ਨਾਲ ਬਣਾਇਆ। ਇੰਨੀ ਤੁਸੀਂ ਇੱਟ ਉੱਥੇ ਜ਼ਾਇਆ ਕੀਤੀ, ਮਜ਼ਦੂਰੀ ਜ਼ਾਇਆ ਕੀਤੀ, ਦਿਨ ਜ਼ਾਇਆ ਕੀਤੇ ਕਾਹਦੇ ਵਾਸਤੇ? ਸਿਰਫ ਆਪਣੇ ਪੇਟ ਭਰਨ ਵਾਸਤੇ। ਆਪਣੇ ਪੇਟ ਭਰ ਲਓ, ਗੌਰਮੈਂਟ ਇਕੱਠੇ ਖੂਚ ਜਾਵੇ। ਭਾਈਆਂ ਪਾਕਿਸਤਾਨ ਉਨੀ ਦੇਰ ਤੱਕ ਠੀਕ ਨਹੀਂ ਹੋਣਾ ਜਦੋਂ ਸਾਡੇ ਵਰਗੇ ਬੰਦੇ ਕਰਪਸ਼ਨ ਕਰਨੋਂ ਨਹੀਂ ਹਟਨੇ। ਹੁਣ ਇਹਨੂੰ ਤਕਰੀਬਨ ਮੇਰੇ ਖਿਆਲ 'ਚ ਮਹੀਨਾ ਹੋ ਚੱਲਾ ਆ। ਮਹੀਨੇ ਦੇ ਵਿੱਚ ਹਾਲੇ ਇੱਕ ਯੂ ਟਰਨ ਦੇ ਪੈਪ ਨਹੀਂ ਪਏ। ਕੰਮ ਕਰ ਰਹੇ ਆ, ਪੈਪ ਪਾ ਰਿਹਾ ਉਹ ਉੱਥੇ ਤੱਕ ਮੈਂ ਤੁਹਾਨੂੰ ਵਿਖਾਉਣਾ ਅੱਗੇ ਜਾ ਕੇ। ਉਹ ਵੇਖੋ ਕਿੱਥੇ ਤੱਕ ਇਹਨਾਂ ਡਬਲ ਰੋਡ ਪੁੱਟ ਕੇ ਤੇ ਸਤਿਆਨਾਸ਼ ਕਰ ਦਿੱਤਾ। ਠੀਕ ਆ, ਇੱਥੋਂ ਦੀ ਪਾਣੀ ਨਹੀਂ ਲੰਘ ਰਿਹਾ ਜੀ। ਹੁਣ ਪਾਣੀ ਭਰਾਉਣ ਵਾਸਤੇ ਗ੍ਰਾਂਟ ਆ ਗਈ ਆ, ਠੇਕੇਦਾਰ ਸਾਹਿਬ ਲੱਗ ਗਏ ਨੇ ਤੇ ਅੱਲਾ ਹੀ ਸਪੁਰਦ ਆ ਸਾਡੇ ਪਾਕਿਸਤਾਨ ਦਾ। ਕੀ ਕਹਿ ਸਕਦੇ ਆ? ਮੈਂ ਕਿਹਾ ਜੀ ਤੁਹਾਨੂੰ ਵਿਖਾ ਦਈਏ, ਤੁਰੇ ਜਾਂਦੇ ਆ। ਰੋਜ਼ ਗੁੱਸਾ ਚੜਦਾ ਸੀ ਵੀਡੀਓ ਬਣਾਉਣਾ ਅੱਜ ਵੀ ਮੈਂ ਕਿਹਾ ਬਣਾ ਹੀ ਦਿੰਦੇ ਆ, ਦੇਖਦੇ ਆ ਜੋ ਮਰਜ਼ੀ ਹੋ ਜੇ। ਤੇ ਖੁਦਾ ਦੇ ਬੰਦਿਓ, ਤੁਸੀਂ ਆਪ ਆਵਾਮ ਆਪਣੀ ਆਵਾਮ ਦਾ ਖਿਆਲ ਨਹੀਂ ਕਰਨਾ। ਜਿਹੜਾ ਵੀ ਬੰਦਾ ਉੱਤੇ ਕੁਰਸੀ ਤੇ ਬੈਠਾ ਜਿਸ ਤਰੀਕੇ ਨਾਲ ਮਰਜ਼ੀ ਬੈਠਾ ਹੋ, ਉਹ ਫਲਾਈ ਕੰਮ ਵਾਸਤੇ ਤੁਹਾਨੂੰ ਗ੍ਰਾਂਟ ਦਿੰਦਾ ਆ। ਅਗਰ ਲੱਖ ਰੁਪਈਆ ਗ੍ਰਾਂਟ ਆਈ ਨਾ, ਉਹਦੇ ਵਿੱਚੋਂ 20,000 ਚੱਲ ਗਿਆ ਜੀ MPA, 20,000 ਚੱਲ ਗਿਆ MLA ਦਾ, ਅੱਗੋਂ 20,000 ਚੱਲ ਗਿਆ ਪਾਸ ਕਰਨ ਵਾਲਿਆਂ ਦਾ, 20,000 ਠੇਕੇਦਾਰ ਦਾ, ਤੇ ਜਿਹੜਾ 20,000 ਆ ਉਹ ਉੱਤੇ ਲੱਗਣਾ। 1 ਲੱਖ ਦੇ ਵਿੱਚੋਂ 20,000 ਰੁਪਈਆ ਲੱਗਦਾ ਆ। ਠੀਕ ਆ, ਇਹ ਸਾਡੇ ਕਮਿਸ਼ਨ ਹੈ, ਸਾਡੀਆਂ ਬਦਕਾਰੀਆਂ, ਇਹਨਾਂ ਵਜ੍ਹਾ ਤੋਂ ਸਾਡੇ ਕੌਮ ਦੇ ਉੱਪਰ ਅਜ਼ਾਬ, ਮੁਸ਼ਕਲਾਂ, ਪਰੇਸ਼ਾਨੀਆਂ, ਕੋਈ ਚੀਜ਼ ਸੁੱਖੀ ਨਹੀਂ ਹੈਗੀ। ਹਰ ਬੰਦਾ ਹੀ ਦੁਖੀ ਆ। ਤੇ ਗਾਲਾਂ ਕੱਢੀ ਜਾਣੀਆਂ, ਜਿਹੜੇ ਉੱਤੇ ਵਜ਼ੀਰ ਆਲਾ ਵਜ਼ੀਰ ਆਜ਼ਮ ਬੈਠੇ ਨੇ ਉਹਨਾਂ ਨੂੰ ਗਾਲਾਂ ਕੱਢੀ ਜਾਣੀਆਂ। ਆਪਣੇ ਆਪ ਨੂੰ ਠੀਕ ਨਹੀਂ ਕਰਨਾ, ਇਹਨਾਂ ਨੂੰ ਕਿਸੇ ਬੰਦੇ ਨੇ ਨਹੀਂ ਕਹਿਣਾ। ਦੇਖੋ ਹਰ ਸ਼ੈ ਅਪਰੂਵਲ ਤੋਂ ਬਗੈਰ ਨਹੀਂ ਹੁੰਦੀ। ਕੋਈ ਸੜਕ ਬਣਦੀ ਆ ਅਪਰੂਵਲ ਹੁੰਦੀ ਆ, ਲੇਕਿਨ ਅੱਲਾ ਹੀ ਜਾਣੇ ਕਿਹੜੀਆਂ ਅਪਰੂਵਲਾਂ ਦਿੰਦੇ ਨੇ, ਕਿਹੜੀ ਚੈਕਿੰਗ ਕਰਦੇ ਨੇ, ਅੱਲਾ ਹੀ ਬਿਹਤਰ ਜਾਣਦਾ। ਮਿਲਦੇ ਹਾਂ ਤੁਹਾਨੂੰ ਅਸੀਂ ਆਪਣੇ ਅਗਲੇ ਪਾਰਟ। ਲਓ ਸਰਕਾਰ ਆਫਿਸ ਪਹੁੰਚ ਗਏ। ਮੈਂ ਕਿਹਾ ਯਾਰ ਵਲੋਗ ਆਪਣਾ ਕੀ ਕਰਨਾ, ਬਹੁਤਾ ਲੰਮਾ ਨਹੀਂ ਕਰਨਾ, 8-10 ਮਿੰਟ ਦਾ ਵਲੋਗ ਬਹੁਤ ਆ। ਤੁਹਾਨੂੰ ਦਿਖਾਇਆ ਕਿ ਦੇਖੋ ਇੱਕ ਤੇ ਇਨਸਾਨ ਸਭ ਤੋਂ ਪਹਿਲੇ ਜੀ ਕਰਜ਼ਾ ਕਿੱਦਾਂ ਆਪਣਾ ਠੇਕਾ ਕਿੱਦਾਂ ਲੈਂਦੇ ਨੇ। ਪਹਿਲੇ MPA MLA ਨੂੰ ਕਹਿਣਾ ਠੇਕੇਦਾਰਾਂ ਨੇ ਵੀ ਸਾਨੂੰ ਨਾ ਜੀ ਗ੍ਰਾਂਟ ਲੈ ਕੇ ਦਿਓ ਜੀ, ਸਾਡੀ ਆ ਬੇੜਾ ਗਰਕ ਆ ਸੜਕ। ਅੱਛਾ ਜੀ, MPA ਦਾ ਤਲਕ ਹੁੰਦਾ ਉੱਥੇ ਤੱਕ, MPA MLA ਉੱਥੇ ਤੱਕ ਪਹੁੰਚ ਹੁੰਦੀ ਆ। ਉਹ ਸਭ ਤੋਂ ਪਹਿਲੇ ਜੀ ਮਾਸ਼ਾਅੱਲਾ ਸਾਡਾ ਕਿੰਨਾ ਕਮਿਸ਼ਨ। ਦੇਖੋ ਸਬੂਤ ਕੋਈ ਨਹੀਂ ਮੇਰੇ ਕੋਲ, ਲੇਕਿਨ ਜੋ ਪਾਕਿਸਤਾਨ ਦੀ ਹਕੀਕਤ ਮੈਂ ਤੁਹਾਨੂੰ ਉਹ ਦੱਸ ਰਿਹਾ। ਮੈਂ ਐਵੇਂ ਨਹੀਂ ਕਹਿੰਦਾ, ਮੈਂ ਕਿਸੇ ਦਾ ਨਾਮ ਨਹੀਂ ਲੈ ਰਿਹਾ, ਵੈਸੇ ਮੈਂ ਤੁਹਾਨੂੰ ਇੱਕ ਤਰੀਕਾ ਦੱਸ ਰਿਹਾ। ਤੁਸੀਂ ਵੀ ਬਿਹਤਰ ਜਾਣਦੇ ਹੋ ਤੇ ਮੈਂ ਵੀ ਬਿਹਤਰ ਜਾਣਦਾ, ਅੱਲਾਹ ਪਾਕ ਵੀ ਬਿਹਤਰ ਜਾਣਦਾ। ਤੇ ਜਿਹੜੇ ਕਰਜ਼ਾ ਦਿੰਦੇ ਨੇ, ਆਪਣਾ ਗ੍ਰਾਂਟਾਂ ਦਿੰਦੇ ਨੇ, ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਪੂਰੇ ਪੈਸੇ ਨਹੀਂ ਲੱਗਣੇ। ਗ੍ਰਾਂਟ ਲੈਣ ਜਾਂਦੇ ਨੇ, ਗ੍ਰਾਂਟ ਭਾਈ ਸਿਫਾਰਸ਼ਾਂ ਕਰਾ ਕੇ ਗ੍ਰਾਂਟ ਲੈ ਲਈ। ਠੀਕ ਆ, ਗ੍ਰਾਂਟ ਉਹਨਾਂ ਨੇ ਦੇਣੀ ਹੁੰਦੀ ਆ। ਗ੍ਰਾਂਟਾਂ ਸਾਰੀਆਂ ਆਈਆਂ ਹੁੰਦੀਆਂ, ਜਿਹੜਾ ਵਜ਼ੀਰ ਆਲਾ ਹੁੰਦਾ ਉਹਨਾਂ ਨੇ ਅਪਰੂਵਲ ਦੇਣੀ ਹੁੰਦੀ ਆ। ਖੈਰ ਉਹਨਾਂ ਨੇ ਅਪਰੂਵਲ ਦੇ ਦੇਣੀ ਆ, ਅੱਗੋਂ ਮਾਸ਼ਾਅੱਲਾ ਜੀ ਕਿਸ਼ਤ ਆ ਜਾਣੀ ਜੀ ਆਪਣੀ, ਕੰਮ ਸ਼ੁਰੂ ਕਰੋ ਜੀ। ਕਰਤਾ ਜੀ। ਹੁਣ ਉਹਦੇ ਵਿੱਚੋਂ ਜਿਸ ਬੰਦੇ ਨੇ ਪਾਸ ਕਰਵਾਇਆ ਉਹਦਾ ਕਮਿਸ਼ਨ, ਫਿਰ ਉਹ MPA ਦਾ ਕਮਿਸ਼ਨ, ਵਿੱਚ ਹੀ MLA ਦਾ ਕਮਿਸ਼ਨ। ਠੀਕ ਹੈ, ਉਸ ਤੋਂ ਬਾਅਦ ਜਨਾਬ ਠੇਕੇਦਾਰ ਸਾਹਿਬ ਨੇ ਫਿਰ ਆਪਣਾ ਵੀ ਕੰਮ ਕਰਨਾ ਹੁੰਦਾ ਹੈ। ਆਪਣਾ ਵੀ ਕੰਮ ਉਹਨਾਂ ਨੇ ਕਰਨਾ ਹੁੰਦਾ, ਆਪਣਾ ਵੀ ਉਹ ਵਿਹਲੇ ਨਹੀਂ ਦਿੰਦੇ, ਆਪਣੀ ਵੀ ਦਿਹਾੜੀ ਉਹਨਾਂ ਵਿੱਚੋਂ ਕੱਢਣੀ ਹੈ। ਚਲੋ ਠੇਕੇਦਾਰੀ ਤਾਂ ਬਣਦੀ ਆ, ਉਹਨੇ ਮਜ਼ਦੂਰ ਲੈਣਾ, ਕੰਮ ਕਰਨਾ, ਮਿਹਨਤ ਕਰਨੀ, ਉਹਦਾ ਤਾਂ ਕੁਛ ਬਣਦਾ। ਲੇਕਿਨ ਜਿਹੜੇ ਉੱਪਰਲੇ ਦਰਜੇ ਵਾਲੇ ਨੇ ਬੰਦੇ, ਉਹਨਾਂ ਨੂੰ ਕਾਹਦਾ ਕਮਿਸ਼ਨ। ਦੂਜੇ ਨੰਬਰ 'ਤੇ ਸਭ ਤੋਂ ਵੱਡੀ ਕਰਪਸ਼ਨ ਕਿੱਥੇ ਹੁੰਦੀ ਹੈ? ਜਿੱਥੇ ਆ ਕੇ ਸੜਕਾਂ ਚੈੱਕ ਕਰਨ ਵਾਲੇ ਹੁੰਦੇ ਨੇ ਜੀ, ਉਹ ਮਾਸ਼ਾਅੱਲਾ ਸੜਕ ਚੈੱਕ ਕਰਨੀ ਹੈ ਜੀ, ਉਹ ਵੀ ਪਾਸ ਜੀ, ਪਾਸ ਕਰਾ ਕੇ ਰੋ ਕੇ ਦੱਸ ਦੇਣਾ ਜੀ ਲਓ ਜੀ ਪਾਸ ਹੋ ਗਈ।
ਹੁਣ ਇਹ ਜਿਹੜਾ ਬਣਿਆ ਬੜੀ ਮੁਸ਼ਕਲ ਦੇ ਨਾਲ ਡਬਲ ਰੋਡ ਬਣਿਆ, ਕਾਰਪੇਟ ਰੋਡ ਬਣਿਆ। ਇੱਥੇ ਪਹਿਲੇ ਪਾਣੀ ਖਲੋਂਦਾ ਹੁੰਦਾ ਸੀ, ਬੜੀ ਮੁਸ਼ਕਲ ਹੁੰਦੀ ਸੀ। ਬਾਰਿਸ਼ ਥੋੜੀ ਜਿਹੀ ਹੋ ਜਾਏ ਨਾ ਤੇ ਲੰਘਣਾ ਮੁਸ਼ਕਲ ਹੈ। ਮੋਟਰਸਾਈਕਲਾਂ ਦੇ ਅੱਧੇ ਟਾਇਰ ਡੁੱਬ ਜਾਂਦੇ ਨੇ, ਉਹ ਵੀ ਸਾਈਡ ਤੋਂ ਲੰਘੀਏ, ਪਰਲੀ ਸਾਈਡ ਤੋਂ ਲੰਘੇ ਦਿਲ ਕਰੇ ਅੱਧੀ ਮੋਟਰਸਾਈਕਲ ਥੱਲੇ ਡੁੱਬ ਜਾਏ। ਇਹਨਾਂ ਨੇ ਕਾਰਪੇਟ ਰੋਡ ਬਣਾਇਆ। ਕਾਰਪੇਟ ਰੋਡ ਬਣਾਉਣ ਤੋਂ ਬਾਅਦ ਫਿਰ ਇਹਨਾਂ ਨੂੰ ਪਤਾ ਸੀ ਕਿ ਇੱਥੇ ਇੰਨਾ ਨਾ ਪਾਣੀ ਖਲੋਂਦਾ ਆ, ਖਾਲੇ ਬਣਾਤੇ ਸਾਈਡਾਂ ਤੇ, ਠੀਕ ਆ, ਸੀਵਰੇਜ ਵਾਲੇ, ਪੱਕੀਆਂ ਇੱਟਾਂ ਲਾ ਕੇ ਉੱਤੇ ਸਲੈਬਾਂ ਪਾ ਕੇ ਮੋਰੀਆਂ ਰੱਖਤੀਆਂ। ਉਹ ਜਦੋਂ ਬਾਰਿਸ਼ ਹੋਣੀ ਉਹ ਪਾਣੀ ਅੱਲਾ ਹੀ ਜਾਣੇ ਇਹਨਾਂ ਨੇ ਕਿੱਧਰ ਨੂੰ ਉਹਦੀ ਪਾਣੀ ਦੇ ਉਤਾਰ ਕੀਤਾ ਆ, ਇੱਧਰੋਂ ਪਾਣੀ ਇੱਧਰ ਨੂੰ ਜਾਣਾ ਕਿ ਇੱਧਰੋਂ ਇੱਧਰ ਨੂੰ ਜਾਣਾ। ਲੇਕਿਨ ਉਹ ਪਾਣੀ ਸੜਕ ਵਾਲਾ ਪਾਣੀ ਇਹਨਾਂ ਖਾਲਿਆਂ ਦੇ ਵਿੱਚ ਨਹੀਂ ਪਿਆ, ਪਿੱਛੋਂ ਪੈ ਜਾਂਦਾ ਅਗਲੀ ਸਾਈਡ ਤੋਂ। ਲੇਕਿਨ ਜਿੱਥੇ ਜ਼ਿਆਦਾ ਮਸਲਾ ਸੀ ਇੱਥੇ ਹੀ ਜ਼ਿਆਦਾ ਪਾਣੀ ਖਲੋਂਦਾ ਹੁੰਦਾ ਸੀ। ਇੱਥੇ ਹੁਣ ਸੜਕ ਬਣੀ ਆ ਤੇ ਇੱਥੋਂ ਪਾਣੀ ਬਾਰਿਸ਼ ਪੈਂਦੀ ਆ, ਕਾਰਪੇਟ ਰੋਡ ਦਾ ਬੇੜਾ ਗਰਕ ਹੋਣ ਡਿਆ ਸੀ। ਖਾਲੇ ਭਰੇ ਪਏ, ਨਾਲੇ ਜਿਹੜੇ ਆ ਉਹਨਾਂ ਦੇ ਵਿੱਚ ਪਾਣੀ ਨਹੀਂ ਜਾ ਰਿਹਾ। ਇੱਕ ਦਿਨ ਬਾਰਿਸ਼ ਹੋਈ, 3 ਦਿਨ ਪਾਣੀ ਨਹੀਂ ਸੀ ਮੁੱਕਦਾ। ਹੁਣ ਜੀ ਨਵੀਂ ਗ੍ਰਾਂਟ ਆ ਗਈ, ਲੋ ਜੀ ਹੁਣ ਵੱਡੀ ਸੀਵਰੇਜ ਲਾਈਨ ਪਾ ਦੇਣੀ ਹੈ, ਇੱਥੋਂ ਪਾਣੀ ਨਹੀਂ ਰੁਕਣਾ। ਤੇ ਮੈਨੂੰ ਨਹੀਂ ਲੱਗਦਾ ਕਿ ਪਾਣੀ ਫਿਰ ਵੀ ਨਿਕਲੇ। ਮੈਂ ਤੁਹਾਨੂੰ ਦਿਖਾਵਾਂਗਾ, ਅਗਰ ਜ਼ਿੰਦਗੀ ਮੇਰੀ ਰਹੀ ਮੈਂ ਦਿਖਾਵਾਂਗਾ। ਅਗਰ ਤੇ ਇਹ ਪਾਣੀ ਨਿਕਲ ਗਿਆ ਫਿਰ ਤੇ ਠੀਕ ਆ, ਲੇਕਿਨ ਬਾਅਦ ਚ ਠੀਕ ਕਾਹਤੋਂ ਕਹਿਣਾ, ਜਦੋਂ ਪਹਿਲੀ ਵਾਰੀ ਸੜਕ ਜੋ ਬਣ ਗਈ ਤੇ ਫਿਰ ਦੁਬਾਰਾ ਉੱਤੇ ਪੈਸੇ ਲਾਉਣ ਦੀ ਕਿੱਥੇ ਜ਼ਰੂਰਤ ਦਾ। ਕਾਰਪੇਟ ਰੋਡ 10 ਸਾਲ ਬਾਅਦ ਉਹਦੀ ਗ੍ਰਾਂਟ ਆਉਂਦੀ ਆ, ਰਿਪੇਅਰਿੰਗ ਆਉਂਦੀ ਆ। ਅਗਰ ਮਟੀਰੀਅਲ ਅੱਛਾ ਲੱਗਾ ਹੋਵੇ ਤੇ 10 ਸਾਲ ਵੀ ਸੜਕ ਨੂੰ ਕੁਛ ਨਹੀਂ ਹੁੰਦਾ, ਅਗਰ ਪਾਣੀ ਇੱਦਾਂ ਨਾ ਖਲੋਵੇ। ਲੇਕਿਨ ਇਹ ਕੀ ਹੈ ਜੀ, ਸਭ ਤੋਂ ਵੱਡੀ ਕਰਪਸ਼ਨ। ਮੈਂ ਤੈਨੂੰ ਕਰਪਸ਼ਨ ਕਹਾਂਗਾ। ਠੇਕੇਦਾਰ ਦਾ ਬਣਦਾ ਆ, ਲੇਕਿਨ ਫਿਰ ਉਹ ਕੀ ਕਰਦਾ ਕਿ ਅਗਰ 20,000 ਲੱਖ ਰੁਪਏ ਦੇ ਵਿੱਚੋਂ 20,000 ਸਾਰਿਆਂ ਨੂੰ ਦਿੱਤਾ ਨਾ, ਤਾਂ ਉਹਨੇ ਕਹਿਣਾ ਮੈਂ ਤਾਂ 5 ਲਵਾਂਗਾ, ਮੈਂ ਠੇਕੇਦਾਰ ਹਾਂ। ਉਹਦੇ ਕੋਲ ਜੇ 20,000 ਰੁਪਈਆ ਉੱਤੇ ਲਾਉਣ ਨੂੰ ਬਚਿਆ ਤਾਂ ਉਹਨੇ ਉਹਦੇ ਵਿੱਚੋਂ 15 ਲਾਉਣਾ, 25 ਬਚਾ ਲੈਣਾ। ਇਹ ਗੱਲਾਂ ਹੈਗੀਆਂ ਨੇ। ਤੇ ਵਲੋਗ ਕਰਦੇ ਆਪਾਂ ਇੱਥੇ ਐਂਡ। ਉਮੀਦ ਕਰਦੇ ਹਾਂ ਵਲੋਗ ਵਧੀਆ ਲੱਗਾ ਹੋਏਗਾ। ਅਗਰ ਵਧੀਆ ਲੱਗਾ ਤਾਂ ਲਾਈਕ ਕਮੈਂਟ ਸ਼ੇਅਰ ਲਾਜ਼ਮੀ ਕਰਨਾ। ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਮੈਂਟ 'ਚ ਕਰਨਾ ਕਿ ਵਾਕਿਆ ਹੀ ਇੱਦਾਂ ਹੋ ਰਹੀ ਹੈ, ਹਰ ਪਾਸੇ ਹੀ ਹੋ ਰਹੀ ਹੈ, ਹਰ ਪਾਸੇ ਹੀ ਹੋ ਰਹੀ ਹੈ, ਪੂਰੇ ਪਾਕਿਸਤਾਨ 'ਚ ਹੋ ਰਹੀ ਹੈ। ਮੈਂ ਤਾਂ ਇਸ ਗੱਲ ਨੂੰ ਮੰਨਦਾ। ਬਾਕੀ ਮਿਲਦੇ ਹਾਂ ਤੁਹਾਨੂੰ ਅਸੀਂ ਆਪਣੇ ਅਗਲੇ ਵਲੋਗ 'ਚ। ਅੱਲਾ ਹਾਫਿਜ਼।